ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਦੇਖੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ SST ਦੀ ਓਬਜੈਕਸ਼ਨ ਦੇ ਬਾਰੇ ਗੱਲ ਕਰਾਂਗੇ। ਕੱਲ੍ਹ ਵੀ ਮੈਂ ਵੀਡੀਓ ਅਪਲੋਡ ਕੀਤੀ ਸੀਗੀ, ਠੀਕ ਹੈ, ਅਤੇ ਉਹਦੇ ਵਿੱਚ ਕਈਆਂ ਨੇ ਕਮੈਂਟਸ ਦੇ ਵਿੱਚ ਗੱਲ ਕੀਤੀ ਸੀਗੀ ਮੇਨ ਇਹਨਾਂ ਦੋਨਾਂ ਕੁਐਸਚਨਾਂ ਦੇ ਰਿਗਾਰਡਿੰਗ ਸਪਿਨਿੰਗ ਜੈਨੀ ਐਂਡ ਪੋਪੂਲੇਸ਼ਨ ਪਿਰਾਮਿਡ ਦੇ ਬਾਰੇ, ਠੀਕ ਹੈ। ਸੋ ਦੇਖੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦੇ ਕੋਲੋਂ ਜਿਹੜੀ ਇੱਕ ਮਾफ़ੀ ਮੰਗਦਾ ਹਾਂ, ਠੀਕ ਹੈ। ਦੇਖੋ ਅਸੀਂ ਜਦੋਂ ਆਨਸਰ ਕੀਜ਼ ਭਾਵੇਂ ਅਸੀਂ ਪ੍ਰੋਵੀਜ਼ਨਲ ਆਨਸਰ ਕੀ ਜਾਂ ਅਸੀਂ ਐਕਸਪੈਕਟਡ ਆਨਸਰ ਕੀ ਜਾਂ ਕਈ ਵਾਰ ਓਬਜੈਕਸ਼ਨ ਲਗਾਉਂਦੇ ਹਾਂ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਸਾਡਾ ਹਰ ਵਾਰ ਸਹੀ ਹੋਵੇ, ਠੀਕ ਹੈ। ਕਈ ਵਾਰ ਸਾਡੇ ਕੋਲ ਗਲਤੀ ਵੀ ਹੋ ਜਾਂਦੀ ਹੈ, ਠੀਕ ਹੈ। ਪਰ ਦੇਖੋ ਗਲਤੀ ਮੰਨ ਲੈਣਾ ਬਹੁਤ ਵੱਡੀ ਗੱਲ ਆ। ਸੋ ਜਿਹੜਾ ਮੈਂ ਗਲਤੀ ਜਿਹੜੀ ਆਪਣੀ ਮੰਨਦਾ ਹਾਂ, ਠੀਕ ਹੈ। ਸਾਡੇ ਕੋਲੋਂ ਇੱਕ ਥੋੜ੍ਹੀ ਜਿਹੀ ਗਲਤੀ ਹੋਈ ਹੈ, ਰੀਡ ਕਰਨ ਦੇ ਵਿੱਚ ਗਲਤੀ ਹੋਈ ਹੈ, ਗ੍ਰਾਮੈਟੀਕਲੀ ਥੋੜ੍ਹੀ ਜਿਹੀ ਗਲਤੀ ਹੋਈ ਹੈ। ਉਹ ਕਿਹੜੇ ਕੁਐਸਚਨ ਦੇ ਵਿੱਚ ਹੋਈ ਆਪਾਂ ਗੱਲ ਕਰਾਂਗੇ, ਠੀਕ ਹੈ, ਵੀਡੀਓ ਦੇ ਵਿੱਚ, ਠੀਕ ਹੈ। ਸੋ ਇਹ ਵੀਡੀਓ ਬਣਾਉਣ ਦਾ ਸਿਰਫ ਮੇਰਾ ਮਕਸਦ ਇਹੀ ਹੈ ਕਿ ਆਪਣੀ ਗਲਤੀ ਨੂੰ ਜਿਹੜਾ ਐਕਸੈਪਟ ਕਰਨਾ, ਠੀਕ ਹੈ, ਬਹੁਤ ਵੱਡੀ ਗੱਲ ਹੁੰਦੀ ਹੈ, ਠੀਕ ਹੈ। ਮੈਂ ਨਹੀਂ ਚਾਹੁੰਦਾ ਕਿ ਐਵੇਂ ਜਿਹੜੇ ਵੀ ਪੂਰੇ ਵਿਸ਼ਵਾਸ ਦੇ ਨਾਲ ਇਸ ਚੈਨਲ ਨਾਲ ਜੁੜੇ ਹੋਏ ਉਹਨਾਂ ਨੂੰ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਜਾਵੇ। ਅਗਰ ਸਾਡੇ ਕੋਲ ਗਲਤ ਇਨਫੋਰਮੇਸ਼ਨ ਕੋਈ ਪ੍ਰੋਵਾਈਡ ਹੋ ਗਈ ਆ ਤਾਂ ਉਸ ਨੂੰ ਸਹੀ ਕਰ ਲੈਣਾ ਜਿਹੜਾ ਬਹੁਤ ਜ਼ਰੂਰੀ ਹੈ, ਠੀਕ ਹੈ। ਅਤੇ ਇਹ ਸਾਡਾ ਐਜ਼ ਅ ਟੀਚਰ ਜਿਹੜਾ ਆ ਫਰਜ਼ ਬਣਦਾ ਹੈ, ਠੀਕ ਹੈ। ਸੋ ਦੇਖੋ ਜਿਹੜਾ ਮੇਨ ਇੱਕ ਕੁਐਸਚਨ ਆ ਰਿਹਾ ਸੀਗਾ ਪਿਰਾਮਿਡ ਵਾਲਾ ਕਿ ਪੋਪੂਲੇਸ਼ਨ ਪਿਰਾਮਿਡ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਦੱਸੋ ਰਿਪਰੈਜ਼ੈਂਟ ਕਰ ਰਿਹਾ ਵਿਚ ਇਜ਼ ਬਰੋਡ ਐਟ ਬੇਸ ਐਂਡ ਰੈਪਿਡਲੀ ਨੈਰੋਜ਼ ਟੂਵਰਡ ਦਾ ਟੋਪ, ਠੀਕ ਹੈ। ਸੋ ਜਿਹੜਾ ਇਹਨਾਂ ਨੇ ਆਨਸਰ ਲਗਾਇਆ ਹੋਇਆ ਸੀ ਉਹਦੇ ਅਕੋਰਡਿੰਗ ਇਹ ਆਨਸਰ ਬਿਲਕੁਲ ਸਹੀ ਸੀਗਾ। ਆਪਾਂ ਕੱਲ੍ਹ ਡੀ ਦੀ ਗੱਲ ਕਰ ਰਹੇ ਸੀਗੇ ਜਿਹਦੇ ਵਿੱਚ ਆਪਾਂ ਕਹਿ ਰਹੇ ਸੀਗੇ ਕਿ ਵਿਚ ਬਰਥ ਰੇਟ ਇਜ਼ ਹਾਈ ਐਂਡ ਡੈਥ ਰੇਟ ਇਜ਼ ਲੋ। ਦੇਖੋ ਇਹ ਕੁਛ ਆਨਸਰ ਜਿਹੜਾ ਆ ਉਹਨਾਂ ਵੱਲੋਂ ਬਿਲਕੁਲ ਸਹੀ ਦਿੱਤਾ ਗਿਆ ਹੈ, ਠੀਕ ਹੈ। ਸਾਡੇ ਕੋਲੋਂ ਜਿਹੜਾ ਆ ਪੜ੍ਹਨ ਦੇ ਵਿੱਚ ਜਿਹੜੀ ਗਲਤੀ ਹੋਈ ਹੈ, ਠੀਕ ਹੈ, ਇਹ ਆਪਸ਼ਨ ਜਿਹੜਾ ਬਿਲਕੁਲ ਉਹਨਾਂ ਦਾ ਸਹੀ ਆ, ਜਿਹਦੇ ਵਿੱਚ ਦੋਨੋਂ ਜਿਹੜੇ ਆ ਹਾਈ ਹੁੰਦੇ ਆ, ਜਿਹਨਾਂ ਦਾ ਮੀਨਿੰਗ ਆ ਆਪਾਂ ਇਹਦੇ ਵਿੱਚ ਦੇਖਾਂਗੇ ਵੀ। ਦੇਖੋ ਇਹਦੇ ਵਿੱਚ ਆਪਣੇ ਕੋਲ ਗ੍ਰਾਮੈਟੀਕਲੀ ਮਿਸਟੇਕ ਹੋਈ ਆ, ਉਹ ਦੇਖੋ ਆਹ ਹੋਈ ਆ, ਜੇ ਉਹ ਹਾਈਲਾਈਟ ਕੀਤਾ ਹੋਇਆ ਮੈਂ, ਇਹਨਾਂ ਨੇ ਲਿਖਿਆ ਹੋਇਆ ਪੋਪੂਲੇਸ਼ਨ ਪਿਰਾਮਿਡ ਆਫ ਅ ਕੰਟਰੀ ਇਨ ਵਿਚ ਬਰਥ ਐਂਡ ਡੈਥ ਰੇਟ ਬੋਥ ਆਰ ਹਾਈ is broad at base and rapidly narrows toward the top। ਦੇਖੋ ਇਹਨਾਂ ਨੇ ਨਾ ਇਕੱਠਾ ਲਿਖਿਆ ਹੋਇਆ, ਸਾਨੂੰ ਤਾਂ ਕੱਲ ਗਲਤੀ ਲੱਗ ਗਈ ਜਲਦੀ ਦੇ ਵਿੱਚ। ਬਰਥ ਐਂਡ ਡੈਥ ਰੇਟਸ ਬੋਥ ਆਰ ਹਾਈ, ਦੋਨੋਂ ਹੀ ਹਾਈ ਹੁੰਦੇ ਆ, ਬਸ ਉਹਨਾਂ ਨੂੰ ਇੱਦਾਂ ਬਿਆਨ ਕੀਤਾ ਹੋਇਆ ਕਿ ਬਰੋਡ ਹਿੱਸਾ ਜਿਹੜਾ ਆ ਬਰਥ ਵਾਲਾ ਆ ਅਤੇ ਜਿਹੜਾ ਨੈਰੋ ਹਿੱਸਾ ਆ ਉਹ ਹੋ ਜਾਂਦਾ ਵਾ ਓਲਡਰਸ ਲਈ ਜਾਂ ਡੈਥ ਰੇਟ ਦਾ, ਠੀਕ ਹੈ। ਪਰ ਦੋਨੋਂ ਦਾ ਮਤਲਬ ਇਹੀ ਆ ਕਿ ਦੋਨਾਂ ਦੇ ਰੇਟਸ ਹਾਈ ਆ, ਬਰਥ ਐਂਡ ਡੈਥ ਰੇਟਸ ਬੋਥ ਆਰ ਹਾਈ, ਠੀਕ ਹੈ। 8ਵੀਂ ਕਲਾਸ ਚੈਪਟਰ 6 ਤੁਸੀਂ ਵੀ ਚੈੱਕ ਕਰ ਸਕਦੇ ਹਾਂ, ਆਪਾਂ ਕੱਲ੍ਹ ਇਹੀ ਗੱਲ ਕੀਤੀ ਸੀਗੀ। ਸੋ ਜਿਨ੍ਹਾਂ ਨੇ A ਆਪਸ਼ਨ ਟਿਕ ਲਗਾਇਆ ਉਹਨਾਂ ਦਾ ਬਿਲਕੁਲ ਸਹੀ ਹੈ, ਔਰ ਜਿਨ੍ਹਾਂ ਨੇ D ਆਪਸ਼ਨ ਲਗਾਇਆ ਅਤੇ ਕਈ ਓਬਜੈਕਸ਼ਨਸ ਦੀ ਗੱਲ ਕਰ ਰਹੇ ਸੀਗੇ, ਕੋਈ ਗੱਲ ਨਹੀਂ, ਓਬਜੈਕਸ਼ਨ ਲਗਾਤੀ, ਇਹ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ। ਤੁਸੀਂ ਉੱਥੇ ਜਾ ਕੇ ਹਾਲੇ ਵੀ ਆਪਣੇ ਕੋਲ ਟਾਈਮ ਹੈਗਾ ਆ, 11 ਤਰੀਕ 5 ਵਜੇ ਤੱਕ ਹੈ, ਤਾਂ ਤੁਸੀਂ ਉੱਥੇ ਜਾ ਕੇ ਚੇਂਜ ਵੀ ਕਰ ਸਕਦੇ ਹੋ। ਉੱਥੇ ਡਿਲੀਟ ਦੀ ਆਪਸ਼ਨ ਹੈ, ਜਦੋਂ ਤੁਸੀਂ ਆਪਣਾ ਫੀਡਬੈਕ ਸਬਮਿਟ ਕਰਦੇ ਆ, ਡਿਲੀਟ ਕਰਕੇ ਉੱਥੇ ਤੁਸੀਂ ਨਵਾਂ ਕਰ ਸਕਦੇ ਆ। ਅਗਰ ਕਿਸੇ ਨੇ ਡੀ ਆਪਸ਼ਨ ਲਾਇਆ ਉਹ ਡਿਲੀਟ ਭਾਵੇਂ ਨਾ ਕਰੋ, ਉਹਦਾ ਕੋਈ ਚੱਕਰ ਨਹੀਂ ਆ, ਪਰ ਅਗਰ ਕਿਸੇ ਨੇ A ਲਗਾਇਆ ਹੋਇਆ ਆ ਤਾਂ ਉਹਨਾਂ ਨੂੰ ਬਿਲਕੁਲ ਨੰਬਰ ਮਿਲੇਗਾ। ਸੋ ਇਹਦੇ ਵਿੱਚ ਓਬਜੈਕਸ਼ਨ ਜਿਹੜੀ ਹੈ ਉਹ ਨਹੀਂ ਲੱਗੇਗੀ, ਠੀਕ ਹੈ ਜੀ। ਸੋ ਇੱਕ ਵਾਰ ਫਿਰ ਤੋਂ ਆਪਣੀ ਜਿਹੜੀ ਗਲਤੀ ਮੰਨਦੇ ਹੋਏ ਤੁਹਾਨੂੰ ਸਾਰਿਆਂ ਕੋਲ ਜਿਹੜੇ ਮਾफ़ੀ ਮੰਗਦੇ ਹਾਂ। ਸੋ ਅਗਲਾ ਕੁਐਸਚਨ ਜਿਹੜਾ ਸੀਗਾ ਜੀ, ਆ ਦੇਖੋ ਆ ਸਪਿਨਿੰਗ ਜੈਨੀ ਵਾਲਾ ਹੈ ਕਿ ਇਨ 1764 ਟੂ ਇਨਕਰੀਜ਼ ਦਾ ਪ੍ਰੋਡਕਟੀਵਿਟੀ ਆਫ ਟਰਡੀਸ਼ਨਲ ਸਪੈਂਡਲਸ। ਦੇਖੋ ਜਿਹੜਾ ਤਾਂ ਉਹਨਾਂ ਦੇ ਅਕੋਰਡਿੰਗ ਆਨਸਰ ਲਾਇਆ ਉਹ ਸੀਗਾ ਜੌਨ ਕੇ, ਠੀਕ ਹੈ। ਪਰ ਦੇਖੋ ਇਹਦੇ ਵਿੱਚ ਤਾਂ ਸੱਚੀ ਕਨਫਿਊਜ਼ਨ ਇੱਕ ਹੈਗੀ ਆ, ਅਗਰ ਅਸੀਂ ਥੋੜ੍ਹਾ ਗੌਰ ਨਾਲ ਦੇਖੀਏ ਤਾਂ ਇੱਕ ਪਾਸੇ ਇਹਨਾਂ ਦਾ ਸਹੀ ਵੀ ਬਣਦਾ ਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਦੇਖੋ ਅਗਰ ਤਾਂ ਕਲਾਸ 11th ਵਰਲਡ ਹਿਸਟਰੀ ਥੀਮ 9 ਇੰਡਸਟਰੀਅਲ ਰੈਵੋਲਿਊਸ਼ਨ ਦੀ ਗੱਲ ਕਰੀਏ, 201 ਪੇਜ ਆ, ਇਹਦੇ ਵਿੱਚ ਦੇਖੋ ਇਹਨਾਂ ਨੇ ਲਿਖਿਆ ਹੋਇਆ ਸਪਿਨਿੰਗ ਜੈਨੀ ਵਾਜ਼ ਅ ਮਸ਼ੀਨ ਮੇਡ ਬਾਏ ਜੇਮਸ ਹਾਰਗਰੀਵਜ਼, ਜਿਹਦਾ ਜਨਮ 1720 ਅਤੇ 78 'ਚ ਉਹਦੀ ਡੈਥ ਹੋਈ ਸੀ। ਇਨ 1765 ਔਨ ਵਿਚ ਅ ਸਿੰਗਲ ਪਰਸਨ ਕੁਡ ਸਪਿਨ ਸੈਵਰਲ ਥ੍ਰੈਡਸ ਆਫ ਯਾਨ ਸਾਈਮਲਟੇਨੀਅਸਲੀ, ਠੀਕ ਹੈ। ਦੇਖੋ ਇਹਦੇ ਵਿੱਚ ਉਹਨੇ ਨਾ 1765 ਦੇ ਵਿੱਚ ਆਜ਼ਾਦ ਕੀਤਾ ਹੋਇਆ ਇਹਦੇ ਅਕੋਰਡਿੰਗ ਕਿ ਜੇਮਸ ਹਾਰਗਰੀਵਜ਼ ਨੇ ਸਪਿਨਿੰਗ ਜੈਨੀ ਜਿਹੜਾ ਆ ਉਹ ਆਜ਼ਾਦ ਕੀਤਾ, ਇਨਵੈਂਟ ਕੀਤਾ 1765 ਦੇ ਵਿੱਚ। ਇਹ ਹੋ ਗਿਆ ਦੇਖੋ 11ਵੀਂ ਕਲਾਸ ਦੀ ਬੁੱਕ। 8ਵੀਂ ਕਲਾਸ ਚੈਪਟਰ 6, ਚੈਪਟਰ ਦਾ ਨਾਮ ਵੀਵਰਸ ਆਇਰਨ ਸਮੈਲਟਰਸ ਐਂਡ ਫੈਕਟਰੀ ਓਨਰਸ। 8ਵੀਂ ਕਲਾਸ ਦੀ ਬੁੱਕ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਆ ਕਿ ਇਨ 1764 ਸਪਿਨਿੰਗ ਜੈਨੀ ਵਾਜ਼ ਇਨਵੈਂਟਡ ਬਾਏ ਜੌਨ ਕੇ,
ਵਿਚ ਇਨਕਰੀਜ਼ ਦਾ ਪ੍ਰੋਡਕਟਿਵਿਟੀ ਆਫ ਟ੍ਰੈਡੀਸ਼ਨਲ ਸਪੈਂਡਰਸ। ਦੇਖੋ ਅਗਰ ਅਸੀਂ ਇਹਦੇ ਅਕੋਰਡਿੰਗ ਦੇਖਿਆ ਜਾਵੇ 8th ਕਲਾਸ ਦੇ, ਤਾਂ ਇਹ ਬਿਲਕੁਲ ਦੇਖੋ ਇਹਨੇ ਜੌਨ ਵੇ ਵਿੱਚ ਇਨਕਰੀਜ਼ਡ ਦਾ ਪ੍ਰੋਡਕਟਿਵਿਟੀ ਆਫ ਦਾ ਟ੍ਰੈਡੀਸ਼ਨਲ ਸਪੈਂਡਰਸ ਦੀ ਗੱਲ ਕੀਤੀ ਆ। ਤਾਂ ਆਪਾਂ ਨੂੰ ਕੁਐਸਚਨ 'ਚ ਵੀ ਐਗਜ਼ੈਕਟ ਇਹੀ ਪੁੱਛਿਆ ਹੋਇਆ ਹੈ ਇਨ 1764 ਇਨਕਰੀਜ਼ ਦਾ ਪ੍ਰੋਡਕਟਿਵਿਟੀ ਆਫ ਦਾ ਟ੍ਰੈਡੀਸ਼ਨਲ ਸਪੈਂਡਰ। ਸੋ ਇਹਦੇ ਅਕੋਰਡਿੰਗ ਦੇਖੋ ਜੌਨ ਕੇ ਬਿਲਕੁਲ ਸਹੀ ਆ। ਇੱਥੇ 1764 ਦੀ ਗੱਲ ਕੀਤੀ ਹੋਈ ਆ ਔਰ ਇੱਥੇ ਵੀ 1764 ਹੀ ਗੱਲ ਕੀਤੀ ਹੋਈ ਆ, ਠੀਕ ਹੈ। ਅਤੇ ਪਰ ਦੇਖੋ ਅਸੀਂ ਇਹਨੂੰ ਵੀ ਇਗਨੋਰ ਨਹੀਂ ਕਰ ਸਕਦੇ, ਠੀਕ ਹੈ। 11th ਕਲਾਸ ਦੀ ਬੁੱਕ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੋਇਆ ਕਿ ਮੇਡ ਬਾਏ ਜੇਮਸ ਹਾਰਗਰੀਵਜ਼। ਅਗਰ ਹੁਣ ਕਿਸੇ ਨੇ 11ਵੀਂ ਕਲਾਸ ਵਾਲੀ ਬੁੱਕ ਪੜ੍ਹੀ ਹੈ ਉਹਨੇ ਤਾਂ ਜੇਮਸ ਹਾਰਗਰੀਵਜ਼ ਹੀ ਲਗਾਉਣਾ ਆ, ਹੈ ਨਾ। ਬਸ ਫ਼ਰਕ ਇਹ ਕਿ ਇੱਥੇ 1765 ਲਿਖਿਆ ਹੋਇਆ। ਇਹਦੇ ਵਿੱਚ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਇਹਦੀ ਜਿਹੜੀ ਆ ਜ਼ਰੂਰ ਤੁਸੀਂ ਓਬਜੈਕਸ਼ਨ ਲਗਾਓ, ਠੀਕ ਹੈ। ਕੁਛ ਪਤਾ ਨਹੀਂ ਹੈ, ਠੀਕ ਹੈ, ਦੋਨੋਂ ਸਹੀ ਲੱਗ ਰਹੇ ਨੇ ਪਰ ਸਿਰਫ ਸਨ ਦਾ ਫ਼ਰਕ ਆ। ਇਹ 1765 ਆ ਕਹਿ ਰਿਹਾ ਪਰ ਉਹ ਅਕੋਰਡਿੰਗ 1764 ਆ। ਪਰ ਇਹਦੇ ਵਿੱਚ ਤੁਸੀਂ ਓਬਜੈਕਸ਼ਨ ਬਿਲਕੁਲ ਲਗਾ ਸਕਦੇ ਆ ਅਤੇ ਤੁਸੀਂ ਲਗਾਓ ਵੀ। ਕਲਾਸ 11th ਵਰਲਡ ਹਿਸਟਰੀ ਥੀਮ 9 ਇੰਡਸਟਰੀਅਲ ਰੈਵੋਲਿਊਸ਼ਨ ਦੇ ਵਿੱਚ 201 ਪੇਜ ਆ, ਠੀਕ ਹੈ। ਇਹ ਤੁਸੀਂ ਉਹਦੇ ਵਿੱਚ ਲਗਾਓ, ਠੀਕ ਹੈ। ਘੱਟੋ ਘੱਟ ਉਹਨਾਂ ਦੀ ਨਿਗਾਹ 'ਚ ਆਵੇ ਕਿ 2 ਆਨਸਰ ਮਿਲਦੇ ਪਏ ਆ ਅਲੱਗ-ਅਲੱਗ, ਹੈ ਨਾ। ਸਿਰਫ ਸਨ ਦਾ ਫ਼ਰਕ ਆ। ਅਗਰ ਕਿਸੇ ਨੇ +1 ਦੀ ਬੁੱਕ ਪੜ੍ਹੀ ਹੋਈ ਆ ਅਤੇ ਉਹਨੇ ਤਾਂ ਉਹੀ ਆਨਸਰ ਲਗਾਉਣਾ, ਪਰ 8th ਦੇ ਅਕੋਰਡਿੰਗ ਜੌਨ ਕੇ ਆ, ਠੀਕ ਹੈ। ਸੋ ਦੇਖੋ ਇਹ 2 ਕੁਐਸਚਨ ਸੀਗੇ ਜਿਹੜੇ ਆਪਾਂ ਗੱਲ ਕੀਤੇ ਹੋਏ ਹੈ ਨਾ। ਅਤੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਕੋਲੋਂ ਇੱਕ ਵਾਰ ਮਾफ़ੀ ਸੰਦੀਪ ਸਿੰਘ ਕਲਾਸਿਸ ਵੱਲੋਂ, ਠੀਕ ਹੈ। ਸੋ ਇਹ ਪਹਿਲੇ ਕੁਐਸਚਨ ਦੇ ਵਿੱਚ ਤਾਂ ਨਹੀਂ ਓਬਜੈਕਸ਼ਨ ਦੀ ਲੋੜ ਆ, ਠੀਕ ਹੈ। ਸੈਕਿੰਡ ਕੁਐਸਚਨ ਦੇ ਵਿੱਚ ਮੈਂ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਦੇ ਨੰਬਰ ਘੱਟ ਰਹੇ ਨੇ ਜਾਂ ਨੈਕ ਟੂ ਨੈਕ ਨੇ ਉਹ ਆਪਸ਼ਨ ਜਿਹੜੇ ਹੈ ਇਸ ਦੇ ਉੱਤੇ 97 ਕੁਐਸਚਨ ਆ ਜਿਹੜਾ ਇਹਦੇ ਉੱਤੇ ਜ਼ਰੂਰ ਸਪਿਨਿੰਗ ਜੈਨੀ ਵਾਲੇ 'ਤੇ ਓਬਜੈਕਸ਼ਨ ਲਗਾਓ ਤਾਂ ਕਿ ਉਹਨਾਂ ਦੀ ਵੀ ਇੱਕ ਵਾਰ ਨਿਗਾਹ 'ਚ ਆਵੇ, ਠੀਕ ਹੈ। ਅਤੇ ਸੋ ਇਹ 2 ਕੁਐਸਚਨ ਦੀ ਜਿਹੜੀ ਆ ਮੈਂ ਆਪਣਾ ਫਰਜ਼ ਸਮਝਿਆ ਕਿ ਗਲਤੀ ਹੋਈ ਆ ਅਤੇ ਇੱਕ ਵਾਰ ਜ਼ਰੂਰ ਉਹਨੂੰ ਆਪਣੀ ਗਲਤੀ ਨੂੰ ਸੁਧਾਰੀਏ, ਠੀਕ ਹੈ। ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ, ਠੀਕ ਹੈ। ਪਰ ਜਿਨ੍ਹਾਂ ਨੇ ਕੱਲ੍ਹ ਦੇ ਅਕੋਰਡਿੰਗ ਨੰਬਰ ਵੱਧ ਰਹੇ ਸੀ ਉਹਨਾਂ ਨੂੰ ਥੋੜ੍ਹਾ ਬੁਰਾ ਵੀ ਫੀਲ ਹੋਵੇਗਾ, ਪਰ ਦੇਖੋ ਜਿਹੜੀ ਸੱਚੀ ਗੱਲ ਆਪਾਂ ਉਹ ਗੱਲ ਕਰਾਂਗੇ, ਠੀਕ ਹੈ। ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ। ਸਤਿ ਸ਼੍ਰੀ ਅਕਾਲ।